Hello students, I hope you all are very well. Today we will move to our next topic that is accounting. ਇਸ ਤੋਂ ਪਹਿਲਾਂ ਆਪਾਂ ਜਸਟ ਬੁੱਕ ਕੀਪਿੰਗ ਕੀਤਾ ਹੈ ਕਿ ਬੁੱਕ ਕੀਪਿੰਗ ਕੀ ਹੁੰਦਾ ਹੈ। ਬੁੱਕ ਕੀਪਿੰਗ ਮੀਨਸ ਜੋ ਵੀ ਅਸੀਂ ਆਪਦਾ ਬਿਜ਼ਨਸ ਕਰਦੇ ਉਹਦੀ ਜਸਟ ਜਿਹੜੀ ਰਿਕਾਰਡਿੰਗ ਕਰਦੇ ਹਾਂ ਉਹ ਅਸੀਂ ਬੁੱਕ ਕੀਪਿੰਗ 'ਚ ਕਰਦੇ ਹਾਂ। ਅੱਜ ਸਾਡਾ ਜਿਹੜਾ ਨੈਕਸਟ ਟੋਪਿਕ ਆ ਉਹ ਅਕਾਊਂਟਿੰਗ ਹੈ। ਹੁਣ ਅਕਾਊਂਟਿੰਗ ਕੀ ਆ? ਅਕਾਊਂਟਿੰਗ ਇਜ਼ ਆ ਐਕਸਟੈਂਸ਼ਨ ਆਫ ਬੁੱਕ ਕੀਪਿੰਗ। ਅਕਾਊਂਟਿੰਗ ਇਜ਼ ਆ ਐਕਸਟੈਂਸ਼ਨ ਮੀਨਸ ਉਸੇ ਬੁੱਕ ਕੀਪਿੰਗ ਨੂੰ ਜਦੋਂ ਅਸੀਂ ਅੱਗੇ ਥੋੜ੍ਹਾ ਵਧਾ ਲੈਂਦੇ ਹਾਂ, ਉਹਨੂੰ ਐਕਸਟੈਂਡ ਕਰ ਲੈਂਦੇ ਹਾਂ, ਤਾਂ ਉਹੀ ਪ੍ਰੋਸੈਸ ਨੂੰ ਅਸੀਂ ਅਕਾਊਂਟਿੰਗ ਕਹਿ ਦਿੰਦੇ ਹਾਂ। ਤਾਂ ਆਪਾਂ ਇੱਕ ਜਿਹੜਾ ਹੈਗਾ ਇਹਨਾਂ ਗਲੈਂਸ ਦੇਖਦੇ ਹਾਂ। ਬੁੱਕ ਕੀਪਿੰਗ ਦੇ ਵਿੱਚ ਅਸੀਂ ਜਸਟ 3 ਸਟੈਪ ਕਵਰ ਕਰਦੇ ਸੀ। ਕੀ 3 ਸਟੈਪ ਸੀ? ਆਈਡੈਂਟੀਫਿਕੇਸ਼ਨ, ਮੈਜ਼ਰਿੰਗ ਐਂਡ ਰਿਕਾਰਡਿੰਗ। ਕਿ ਕਿਸੇ ਟ੍ਰਾਂਜੈਕਸ਼ਨ ਨੂੰ ਪਹਿਲਾਂ ਆਈਡੈਂਟੀਫਾਈ ਕਰ ਲਿਆ ਕਿ ਉਹ ਮੋਨੀਟਰੀ ਹੈ ਕਿ ਨਹੀਂ, ਫਿਰ ਉਹਨੂੰ ਮੈਜ਼ਰ ਕਰ ਲਿਆ ਕਿ ਉਹ 500 ਦੀ ਹੈ, 600 ਦੀ ਹੈ, ਦੈਨ ਉਹਨੂੰ ਅਸੀਂ ਰਿਕਾਰਡ ਕਰ ਲੈਂਦੇ ਸੀ। ਅਕਾਊਂਟਿੰਗ ਹੁਣ ਸਟਾਰਟ ਕਿੱਥੋਂ ਹੋ ਰਹੀ ਹੈ? ਰਿਕਾਰਡਿੰਗ ਤੋਂ। ਮੀਨਸ ਕਿ ਰਿਕਾਰਡਿੰਗ ਤੋਂ ਅਗਲੇ ਜਿਹੜੇ ਕੰਮ ਆ ਉਹ ਕਿਹਦੇ 'ਚ ਹੋਣਗੇ? ਅਕਾਊਂਟਿੰਗ 'ਚ ਹੋਣਗੇ। ਪਹਿਲਾਂ ਰਿਕਾਰਡਿੰਗ ਕੀਤੀ ਜਾਊਗੀ, ਫਿਰ ਕਲਾਸੀਫਾਈਂਗ, ਦੈਨ ਸਮਰਾਈਜ਼ਿੰਗ, ਦੈਨ ਇੰਟਰਪ੍ਰੇਟਿੰਗ, ਦੈਨ ਕਮਿਊਨੀਕੇਟਿੰਗ। ਤਾਂ ਇੱਥੋਂ ਸਾਨੂੰ ਪਤਾ ਲੱਗਦਾ ਕਿ ਅਕਾਊਂਟਿੰਗ ਇਜ਼ ਐਕਸਟੈਂਸ਼ਨ ਆਫ ਬੁੱਕ ਕੀਪਿੰਗ। ਐਕਸਟੈਂਡ ਦਾ ਮਤਲਬ ਅੱਗੇ ਵਧਾਉਣਾ ਹੀ ਹੁੰਦਾ। ਅਸੀਂ ਕਹਿ ਦਿੰਦੇ ਇਹਨੂੰ ਐਕਸਟੈਂਡ ਕਰ ਲਓ, ਇਹਨੂੰ ਅੱਗੇ ਵਧਾ ਲਓ। ਤਾਂ ਇੱਥੇ ਵੀ ਅਸੀਂ ਸਿਮਿਲਰਲੀ ਕਰਾਂਗੇ। ਜੋ ਆ 3 ਪੁਆਇੰਟ ਬੁੱਕ ਕੀਪਿੰਗ 'ਚ ਹੋ ਗਏ, ਇਹਨਾਂ ਦੀ ਅੱਗੇ ਐਕਸਟੈਂਸ਼ਨ ਕਾਹਦੇ 'ਚ ਕਰਾਂਗੇ? ਅਕਾਊਂਟਿੰਗ ਦੇ ਵਿੱਚ। ਕਲੀਅਰ? ਤਾਂ ਅਕਾਊਂਟਿੰਗ ਕੀ ਆ? ਅਕਾਊਂਟਿੰਗ ਇਜ਼ ਆ ਪ੍ਰੋਸੈਸ ਆਫ ਆਈਡੈਂਟੀਫਾਈਂਗ, ਮੈਜ਼ਰਿੰਗ and communicating the accounting information to permit informed judgment and decision by user of the information। ਕਿ ਅਕਾਊਂਟਿੰਗ ਇੱਕ ਉਹ ਪ੍ਰੋਸੈਸ ਆ ਜਿਹਦੇ 'ਚ ਅਸੀਂ ਆਪਦੀ ਸਾਰੀ ਇਕਨੋਮਿਕ ਇਨਫੋਰਮੇਸ਼ਨ ਜੋ ਇਨਫੋਰਮੇਸ਼ਨ ਸਾਡੀ ਪੈਸੇ ਨਾਲ ਰਿਲੇਟਡ ਹੁੰਦੀ ਹੈ ਕਿ ਅਸੀਂ ਕਿੰਨੇ ਦਾ ਸਮਾਨ ਵੇਚ ਲਿਆ, ਕਿੰਨੇ ਦਾ ਸਮਾਨ ਖਰੀਦ ਲਿਆ, ਉਸ ਇਨਫੋਰਮੇਸ਼ਨ ਨੂੰ ਅਸੀਂ ਕਹਿੰਦੇ ਹਾਂ ਇਕਨੋਮਿਕ ਇਨਫੋਰਮੇਸ਼ਨ। ਤਾਂ ਹੁਣ ਇਕਨੋਮਿਕ ਇਨਫੋਰਮੇਸ਼ਨ ਨੂੰ ਆਈਡੈਂਟੀਫਾਈ ਕਰਨਾ, ਉਹਨੂੰ ਮੈਜ਼ਰ ਕਰਨਾ, ਫਿਰ ਉਹਦੀ ਸਾਰੀ ਰਿਕਾਰਡਿੰਗ ਵਗੈਰਾ ਕਰਕੇ ਅੱਗੇ ਕਮਿਊਨੀਕੇਟ ਕਰਨਾ ਤਾਂ ਕਿ ਇੰਟਰਸਟਡ ਪਾਰਟੀਜ਼ ਆ ਜਿਹੜੀਆਂ ਉਹ ਆਪਦੀ ਜੱਜਮੈਂਟ ਕਰ ਸਕਣ। ਦੇਖੋ ਆਪਾਂ ਕਿਸੇ ਵੀ ਬਿਜ਼ਨਸ ਨਾਲ ਡੀਲ ਕਰਨਾ, ਤੁਸੀਂ ਕਿਸੇ ਬਿਜ਼ਨਸ 'ਚ ਪਾਰਟਨਰਸ਼ਿਪ ਕਰਨੀ ਹੈ, ਤੁਸੀਂ ਕਿਸੇ ਬਿਜ਼ਨਸ ਨਾਲ ਕੋਈ ਲੈਣ ਦੇਣ ਕਰਨਾ, ਤਾਂ ਪਹਿਲਾਂ ਆਪਾਂ ਉਸ ਬਿਜ਼ਨਸ ਦੀ ਜੱਜਮੈਂਟ ਕਰਦੇ ਆ ਵੀ ਮੈਂ ਉਸ ਬਿਜ਼ਨਸ 'ਚ ਹਿੱਸੇਦਾਰੀ ਪਾਵਾਂ ਕਿ ਨਾ ਪਾਵਾਂ, ਕੀ ਉਸ ਬਿਜ਼ਨਸ 'ਚ ਪ੍ਰੋਫਿਟ ਹੈਗੇ ਆ ਕਿ ਇੰਨੇ ਕੁ ਨਹੀਂ ਹੈਗੇ। ਤਾਂ ਇੱਦਾਂ ਦੀ ਸਾਰੀ ਜੱਜਮੈਂਟ ਕਰਨ ਦੇ ਲਈ ਜੋ ਸਾਨੂੰ ਰਿਕੁਆਇਰਡ ਇਨਫੋਰਮੇਸ਼ਨ ਹੈ, ਜੋ ਸਾਨੂੰ ਡਿਸੀਜ਼ਨ ਲੈਣ ਲਈ ਰਿਕੁਆਇਰਡ ਇਨਫੋਰਮੇਸ਼ਨ ਆ, ਉਹ ਰਿਕੁਆਇਰਡ ਇਨਫੋਰਮੇਸ਼ਨ ਸਾਨੂੰ ਕਿਹਨੇ ਪ੍ਰੋਵਾਈਡ ਕਰਨੀ ਆ? ਅਕਾਊਂਟਿੰਗ ਨੇ। ਤਾਂ ਅਕਾਊਂਟਿੰਗ ਉਹ ਪ੍ਰੋਸੈਸ ਆ ਜਿਹਨੇ ਬਿਜ਼ਨਸ ਦੀ ਸਾਰੀ ਇਕਨੋਮਿਕ ਇਨਫੋਰਮੇਸ਼ਨ, ਸਾਰੀ ਪੈਸੇ ਦੀ ਇਨਫੋਰਮੇਸ਼ਨ ਆ ਜਿਹੜੀ, ਉਹਨੂੰ ਰਿਕਾਰਡ ਕਰਕੇ ਅੱਗੇ ਕਮਿਊਨੀਕੇਟ ਆ ਜਿਹੜਾ ਕਰਨਾ। ਕਲੀਅਰ? ਦੈਨ ਅਸੀਂ ਕਰਦੇ ਹਾਂ ਫੀਚਰਸ ਔਰ ਪ੍ਰੋਸੈਸ ਆਫ ਅਕਾਊਂਟਿੰਗ। ਕਿ ਅਕਾਊਂਟਿੰਗ ਦੀਆਂ ਕੀ ਫੀਚਰਸ ਹੈ, ਉਹੀ ਅਕਾਊਂਟਿੰਗ ਦੀ ਪ੍ਰੋਸੈਸ ਹੈ। ਰਿਕਾਰਡਿੰਗ, ਦੈਨ ਕਲਾਸੀਫਾਈਂਗ, ਦੈਨ ਸਮਰਾਈਜ਼ਿੰਗ, then interpreting, then communicating। then our first feature of accounting is recording। ਠੀਕ ਹੈ? ਤਾਂ ਰਿਕਾਰਡਿੰਗ ਦਾ ਮਤਲਬ ਕੀ ਆ? ਹੁਣ ਜੋ ਅਕਾਊਂਟਿੰਗ ਹੈ ਉਹਨੇ ਜੋ ਵੀ ਬਿਜ਼ਨਸ ਦੀਆਂ ਡੇ ਟੂ ਡੇ ਟ੍ਰਾਂਜੈਕਸ਼ਨਸ ਹੈ, ਡੇਲੀ ਜਿੰਨੀਆਂ ਵੀ ਟ੍ਰਾਂਜੈਕਸ਼ਨਸ ਹੁੰਦੀਆਂ ਉਹਨਾਂ ਨੂੰ ਸਿਸਟਮੈਟਿਕਲੀ ਰਿਕਾਰਡ ਕਰਨਾ ਹੈ। ਮੀਨਸ ਕਿ ਡੇ ਦੇ ਵਿੱਚ ਅਸੀਂ ਕਿੰਨਾ ਕੋਈ ਮਟੀਰੀਅਲ ਪਰਚੇਸ ਕਰ ਲਿਆ, ਕਿੰਨਾ ਮਟੀਰੀਅਲ ਸੇਲ ਕਰਤਾ, ਕਿਹਨੂੰ ਕਿੰਨੀਆਂ ਵੇਜਿਸ ਦੇਤੀਆਂ, ਜੋ ਵੀ ਸਾਡੀਆਂ ਡੇ ਟੂ ਡੇ ਟ੍ਰਾਂਜੈਕਸ਼ਨ ਆ ਉਹਨਾਂ ਨੂੰ ਅਸੀਂ ਸਿਸਟਮੈਟਿਕਲੀ ਰਿਕਾਰਡ ਕਰਾਂਗੇ। ਮੀਨਸ ਪਹਿਲਾਂ ਫਸਟ, ਫਿਰ ਸੈਕਿੰਡ, ਫਿਰ ਥਰਡ, ਇੱਦਾਂ ਡੇ ਬਾਈ ਡੇ ਅਸੀਂ ਰਿਕਾਰਡ ਕਰਾਂਗੇ। ਇਹ ਨਹੀਂ ਕਿ ਅਸੀਂ 5 ਦਿਨਾਂ ਦੀਆਂ ਟ੍ਰਾਂਜੈਕਸ਼ਨਸ ਇਕੱਠੀਆਂ ਕਰਕੇ ਦੈਨ ਉਲਟ ਪੁਲਟ ਰਿਕਾਰਡ ਕਰ ਲਾਂਗੇ। ਡੇਲੀ ਦੀਆਂ ਟ੍ਰਾਂਜੈਕਸ਼ਨ ਡੇ ਵਾਈਜ਼, ਡੇਟ ਵਾਈਜ਼ ਅਸੀਂ ਰਿਕਾਰਡ ਕਰਾਂਗੇ। ਐਂਡ ਟ੍ਰਾਂਜੈਕਸ਼ਨ ਤੁਸੀਂ ਰਿਕਾਰਡ ਕਿਹੜੀਆਂ ਕਰਨੀਆਂ? ਸਿਰਫ ਤੇ ਸਿਰਫ ਮੋਨੀਟਰੀ ਟ੍ਰਾਂਜੈਕਸ਼ਨ, ਕਿ ਜਿਨ੍ਹਾਂ ਨੂੰ ਅਸੀਂ ਪੈਸੇ ਦੇ ਵਿੱਚ ਮੈਜ਼ਰ ਕਰ ਸਕਦੇ ਹੋਈਏ, ਜਿਨ੍ਹਾਂ ਦੀ ਮਨੀ ਵੈਲਿਊ ਹੋਵੇ, ਅਸੀਂ ਸਿਰਫ ਉਹਨਾਂ ਟ੍ਰਾਂਜੈਕਸ਼ਨਸ ਨੂੰ ਹੀ ਰਿਕਾਰਡ ਕਰਾਂਗੇ। ਐਂਡ ਰਿਕਾਰਡਿੰਗ ਕਰਨ ਲਈ ਅਸੀਂ ਆਪਦਾ ਪ੍ਰੋਪਰ ਜਿਹੜਾ ਸੀਕੁਐਂਸ ਫੋਲੋ ਕਰਾਂਗੇ। ਜਿੱਦਾਂ ਆਪਾਂ ਨੂੰ ਪਤਾ ਹੀ ਆ ਕਿ ਸਭ ਤੋਂ ਪਹਿਲਾਂ ਰਿਕਾਰਡਿੰਗ ਕਿੱਥੇ ਹੁੰਦੀ ਆ, ਓਰੀਜਨਲ ਐਂਟਰੀ ਕਿੱਥੇ ਪੈਂਦੀ ਆ? ਜਰਨਲ ਦੇ ਵਿੱਚ। ਤਾਂ ਫਸਟ ਫੀਚਰ ਆਫ ਅਕਾਊਂਟਿੰਗ ਇਹੀ ਹੋਗੀ ਕਿ ਅਕਾਊਂਟਿੰਗ ਦੇ ਵਿੱਚ ਰਿਕਾਰਡਿੰਗ ਹੈ ਜਿਹੜੀ ਉਹ ਡੇ ਟੂ ਡੇ ਟ੍ਰਾਂਜੈਕਸ਼ਨਸ ਦੀ ਕੀਤੀ ਜਾਂਦੀ ਹੈ। ਟ੍ਰਾਂਜੈਕਸ਼ਨ ਸਿਰਫ ਉਹੀ ਰਿਕਾਰਡ ਹੋਣਗੀਆਂ ਜਿਹੜੀਆਂ ਮੋਨੀਟਰੀ ਟ੍ਰਾਂਜੈਕਸ਼ਨਸ ਹੋਣ। ਐਂਡ ਮੋਨੀਟਰੀ ਟ੍ਰਾਂਜੈਕਸ਼ਨਸ ਨੂੰ ਸਭ ਤੋਂ ਪਹਿਲਾਂ ਜਰਨਲ ਦੇ ਵਿੱਚ ਰਿਕਾਰਡ ਕੀਤਾ ਜਾਏਗਾ। ਦੈਨ ਅਵਰ ਸੈਕਿੰਡ ਫੀਚਰ ਕੀ ਹੈ? ਕਲਾਸੀਫਾਈਂਗ। ਹੁਣ ਕਲਾਸੀਫਾਈਂਗ ਦਾ ਮਤਲਬ, ਕਲਾਸੀਫਿਕੇਸ਼ਨ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਵੰਡਣਾ। ਤਾਂ ਇਹਦੇ 'ਚ ਅਸੀਂ ਕਿੱਦਾਂ ਵੰਡਾਂਗੇ? ਗਰੁੱਪਿੰਗ ਆਫ ਦਾ ਸੇਮ ਨੇਚਰ ਟ੍ਰਾਂਜੈਕਸ਼ਨਸ, ਕਿ ਜਿਹੜੀਆਂ ਸੇਮ ਨੇਚਰ ਦੀਆਂ ਟ੍ਰਾਂਜੈਕਸ਼ਨਸ ਆ ਉਹਨਾਂ ਦੀ ਅਸੀਂ ਗਰੁੱਪਿੰਗ ਕਰਾਂਗੇ। ਜਿੱਦਾਂ
ਜਿੱਦਾਂ ਆਪਾਂ ਇੱਥੇ ਡੇ ਬਾਏ ਡੇ ਐਂਟਰੀਜ਼ ਪਾ ਲਈਆਂ, ਉਹਦੇ ਵਿੱਚੋਂ ਜਿੰਨੀਆਂ ਪਰਚੇਜ਼ ਦੀਆਂ ਐਂਟਰੀਜ਼ ਹੋਣਗੀਆਂ ਉਹਨਾਂ ਲਈ ਆਪਾਂ ਇੱਕ ਸੈਪਰੇਟ ਅਕਾਊਂਟ ਬਣਾ ਲਾਂਗੇ, ਪਰਚੇਜ਼ ਅਕਾਊਂਟ, ਜਿਹਨੂੰ ਅਸੀਂ ਲੇਜ਼ਰ ਅਕਾਊਂਟ ਕਹਿੰਦੇ ਹਾਂ। ਉੱਥੇ ਸਾਰੀਆਂ ਟ੍ਰਾਂਜੈਕਸ਼ਨਸ ਨੂੰ ਪੋਸਟ ਕਰ ਦਾਂਗੇ। ਜਿੰਨੀਆਂ ਸੇਲ ਦੀਆਂ ਟ੍ਰਾਂਜੈਕਸ਼ਨਸ ਹੋਣਗੀਆਂ ਉਹ ਸਾਰੀਆਂ ਸੇਲ ਅਕਾਊਂਟ ਦੇ ਵਿੱਚ, ਜਿੰਨੀਆਂ ਕੈਸ਼ ਦੀਆਂ ਉਹ ਸਾਰੀਆਂ ਕੈਸ਼ ਅਕਾਊਂਟ ਦੇ ਵਿੱਚ। ਮੀਨਸ ਕਿ ਕਲਾਸੀਫਾਈਂਗ ਦਾ ਮੀਨਿੰਗ ਹੀ ਕੀ ਆ ਸਾਡੇ ਕੋਲੇ, ਕਿ ਅਸੀਂ ਕਲਾਸੀਫਿਕੇਸ਼ਨ ਕਰਨਾ ਟ੍ਰਾਂਜੈਕਸ਼ਨਸ ਆ, ਉਹਨਾਂ ਦੇ ਨੇਚਰ ਅਕੋਰਡਿੰਗਲੀ ਉਹਨਾਂ ਨੂੰ ਅਲੱਗ-ਅਲੱਗ ਵੰਡ ਦੇਣਾ ਗਰੁੱਪਸ ਦੇ ਵਿੱਚ, ਤਾਂ ਕਿ ਉਹਦੇ ਅਕਾਊਂਟ ਤੋਂ ਸਾਨੂੰ ਉਸ ਟ੍ਰਾਂਜੈਕਸ਼ਨ ਬਾਰੇ ਪੂਰੀ ਡਿਟੇਲਡ ਇਨਫੋਰਮੇਸ਼ਨ ਮਿਲ ਸਕੇ ਇੱਕੋ ਜਗ੍ਹਾ ਤੇ। ਹੁਣ ਇੱਥੇ ਤਾਂ ਆਪਾਂ ਜਰਨਲ ਦੇ ਵਿੱਚ ਤਾਂ ਆਪਾਂ ਲਾਈਨ ਦੇ ਵਿੱਚ ਸਾਰੀਆਂ ਐਂਟਰੀਜ਼ ਲਿਖ ਲੈਂਦੇ ਆ। ਅਗਰ ਅਸੀਂ ਇੱਕ ਪਰਟੀਕੂਲਰ ਦੀ ਡਿਟੇਲ ਇਨਫੋਰਮੇਸ਼ਨ ਲੈਣੀ ਹੈ ਤਾਂ ਉਹ ਸਾਨੂੰ ਕਲਾਸੀਫਿਕੇਸ਼ਨ 'ਚੋਂ ਮਿਲੂਗੀ, ਕਿਉਂਕਿ ਕਲਾਸੀਫਿਕੇਸ਼ਨ 'ਚ ਆਪਾਂ ਸਪੈਸ਼ਲ ਅਕਾਊਂਟ ਬਣਾਉਂਦੇ ਆ ਜਿਹਦੇ 'ਚ ਸਿਰਫ ਉਸੇ ਚੀਜ਼ ਦੀਆਂ ਐਂਟਰੀਜ਼ ਆ ਜਿਹੜੀਆਂ ਅਸੀਂ ਪਾਉਂਦੇ ਆ। ਦੈਨ ਆਵਰ ਥਰਡ ਫੀਚਰ ਆਫ ਅਕਾਊਂਟਿੰਗ ਇਜ਼ ਸਮਰਾਈਜ਼ਿੰਗ। ਹੁਣ ਸਮਰਾਈਜ਼ਿੰਗ ਦੇ ਵਿੱਚ ਅਸੀਂ ਕੀ ਕਰਨਾ ਹੈਗਾ, ਸਮਰਾਈਜ਼ਿੰਗ ਦੇ ਵਿੱਚ ਅਸੀਂ ਆਪਦੀ ਇਨਫੋਰਮੇਸ਼ਨ ਨੂੰ ਕੰਡੈਂਸ ਫਾਰਮ ਦੇ ਵਿੱਚ ਸ਼ੋ ਕਰਨਾ ਹੈ। ਕੰਡੈਂਸ ਫਾਰਮ ਕੀ ਹੁੰਦੀ ਹੈ? ਕੰਡੈਂਸ ਦਾ ਮੀਨਸ ਟੇਬਲ ਫਾਰਮ, ਕਿ ਜਿਹਦੇ 'ਚ ਅਸੀਂ ਇੱਕ ਪੇਜ ਤੇ ਇੱਕ ਟੇਬਲ ਟਾਈਪ ਬਣਾਵਾਂਗੇ, ਉਹਦੇ ਵਿੱਚ ਅਸੀਂ ਆਪਦੀ ਸਾਰੀ ਇਨਫੋਰਮੇਸ਼ਨ ਨੂੰ ਸ਼ੋ ਕਰਾਂਗੇ। ਕਿਉਂਕਿ ਜਦੋਂ ਅਸੀਂ ਰਿਕਾਰਡਿੰਗ ਕੀਤੀ ਸੀ ਉਦੋਂ ਅਸੀਂ ਬਹੁਤ ਸਾਰੀਆਂ ਟ੍ਰਾਂਜੈਕਸ਼ਨ ਸੇਮ ਪੇਜ ਤੇ ਲਿਖ ਲਈਆਂ ਸੀ, ਉੱਥੋਂ ਵੀ ਸਾਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲਦੀ। ਦੈਨ ਅਸੀਂ ਕਲਾਸੀਫਾਈ ਕੀਤਾ ਤਾਂ ਹੁਣ ਆਪਾਂ ਹਰ ਇੱਕ ਚੀਜ਼ ਦਾ ਅਲੱਗ ਅਕਾਊਂਟ ਬਣਾਇਆ ਤਾਂ ਆਪਣੇ ਕੋਲੇ 15-16 ਪੇਜ ਫਿਰ ਹੋ ਗਿਆ। ਇੰਨੇ ਪੇਜਾਂ ਦੇ ਵਿੱਚੋਂ ਫਿਰ ਇਨਫੋਰਮੇਸ਼ਨ ਲੱਭਣੀ ਔਖੀ ਆ। ਦੈਨ ਅਸੀਂ ਥਰਡ ਸਟੈਪ ਲਿਆ ਸਮਰਾਈਜ਼ਿੰਗ। ਸਮਰਾਈਜ਼ਿੰਗ ਦੇ ਵਿੱਚ ਆਪਾਂ ਕੀ ਕਰਾਂਗੇ, ਅਸੀਂ ਆਪਦੀ ਰਿਕਾਰਡਡ ਇਨਫੋਰਮੇਸ਼ਨ ਨੂੰ ਇੱਕ ਕੰਡੈਂਸਿੰਗ ਫਾਰਮ ਦੇ ਵਿੱਚ, ਕਿ ਨਾਰਮਲ ਇੱਕ ਅਸੀਂ ਟੇਬਲ ਬਣਾਵਾਂਗੇ, ਉਹਦੀ ਡੈਬਿਟ ਕ੍ਰੈਡਿਟ ਸਾਈਡ ਲਵਾਂਗੇ, ਸਿਰਫ ਇੱਥੇ ਟੋਟਲ ਸ਼ੋ ਕਰੀ ਜਾਵਾਂਗੇ ਕਿ ਕੈਸ਼ ਟੋਟਲ ਇੰਨਾ ਹੈ, ਪਰਚੇਜ਼ ਟੋਟਲ ਇੰਨੀ ਹੈ, ਟੋਟਲ ਇੰਨੀ ਆ, ਤਾਂ ਕਿ ਸਾਨੂੰ ਸਾਰੀ ਇਨਫੋਰਮੇਸ਼ਨ ਆ ਜਿਹੜੀ ਉਹ ਈਜ਼ੀਲੀ ਇੱਕੋ ਜਗ੍ਹਾ ਤੋਂ ਮਿਲ ਜੇ। 20-25-100 ਪੇਜ ਫਰੋਲਣ ਦੀ ਬਜਾਏ ਅਸੀਂ ਇੱਕ ਪੇਜ ਤੇ, ਇੱਕੋ ਪੇਜ ਤੇ ਜਿਹੜੀ ਸਟੇਟਮੈਂਟ ਬਣਾ ਲਾਂਗੇ ਕੰਡੈਂਸ ਫਾਰਮ ਦੇ ਵਿੱਚ, ਟੇਬਲ ਫਾਰਮ ਦੇ ਵਿੱਚ। ਉਸ ਟੇਬਲ ਤੋਂ ਸਾਨੂੰ ਸਾਰੀ ਜਿਹੜੀ ਫੁੱਲ ਇਨਫੋਰਮੇਸ਼ਨ ਆ ਉਹ ਈਜ਼ੀਲੀ ਮਿਲ ਜਾਏਗੀ। ਜਿੱਦਾਂ ਆਪਾਂ ਇੰਗਲਿਸ਼ ਤੁਸੀਂ 10th ਤੱਕ ਕਰਦੇ ਆਏ ਹੋ, ਇੰਗਲਿਸ਼ 'ਚ ਆਪਾਂ ਸਾਰਾ ਚੈਪਟਰ ਪੜ੍ਹ ਲੈਂਦੇ ਆ ਤੇ ਉਹਦੀ 3-4 ਲਾਈਨਾਂ ਦੇ ਵਿੱਚ ਸਮਰੀ ਲਿਖ ਲੈਂਦੇ ਆ। ਉਸ ਸਮਰੀ ਤੋਂ ਸਾਨੂੰ ਉਹ ਚੈਪਟਰ ਦੀ ਸਾਰੇ ਦੀ ਸਟੋਰੀ ਪਤਾ ਲੱਗ ਜਾਂਦੀ ਹੈ। ਸਿਮਿਲਰਲੀ ਅਕਾਊਂਟਿੰਗ 'ਚ ਵੀ ਅਸੀਂ ਸਮਰਾਈਜ਼ਿੰਗ ਦਾ ਮਤਲਬ ਇੱਕ ਸਮਰੀ ਤਿਆਰ ਕਰਦੇ ਹਾਂ, ਜਿਹਦੇ ਤੋਂ ਸਾਨੂੰ ਸਾਡੇ ਫੁੱਲ ਬਿਜ਼ਨਸ ਦੀ ਜਿਹੜੀ ਅਕਾਊਂਟਿੰਗ ਇਨਫੋਰਮੇਸ਼ਨ ਉਹ ਈਜ਼ੀਲੀ ਮਿਲ ਜਾਂਦੀ ਹੈ। ਕਲੀਅਰ? ਇੱਕ ਅਸੀਂ ਸਮਰੀ ਪ੍ਰਪੇਅਰ ਕਰਨੀ ਆ। ਇਸ ਸਮਰੀ ਦੇ ਵਿੱਚ ਇੱਕ ਆਪਾਂ ਟ੍ਰਾਇਲ ਬੈਲੈਂਸ ਪ੍ਰਪੇਅਰ ਕਰਾਂਗੇ, ਜਿਹਦੇ ਤੋਂ ਸਾਨੂੰ ਆਪਦੀ ਬੁੱਕਸ ਦੀ ਐਕੂਰੇਸੀ ਪਤਾ ਲੱਗੂਗੀ। ਦੈਨ ਅਸੀਂ ਪ੍ਰੋਫਿਟ ਐਂਡ ਲਾਸ ਅਕਾਊਂਟ ਪ੍ਰਪੇਅਰ ਕਰਾਂਗੇ, ਜਿਹਦੇ ਤੋਂ ਸਾਨੂੰ ਬਿਜ਼ਨਸ ਦੇ ਪ੍ਰੋਫਿਟ ਪਤਾ ਲੱਗ ਜਾਣਗੇ। ਇੱਕ ਅਸੀਂ ਬੈਲੈਂਸ ਸ਼ੀਟ ਪ੍ਰਪੇਅਰ ਕਰਾਂਗੇ, ਜਿਹਦੇ ਤੋਂ ਸਾਨੂੰ ਆਪਦੀਆਂ ਐਸਿਟ ਲਾਇਬਿਲਿਟੀਜ਼ ਬਾਰੇ ਪਤਾ ਲੱਗ ਜਾਏਗਾ। ਤਾਂ ਅਸੀਂ ਸਿੰਪਲੀ ਇੱਕ ਸਮਰੀ ਪ੍ਰਪੇਅਰ ਕਰਨੀ ਆ ਤਾਂ ਕਿ ਸਾਨੂੰ ਸਾਰੀ ਇਨਫੋਰਮੇਸ਼ਨ ਈਜ਼ੀਲੀ ਮਿਲ ਜਾਏ। ਦੈਨ ਨੈਕਸਟ ਫੀਚਰ ਸਾਡੀ ਕੀ ਆ? ਇੰਟਰਪ੍ਰੇਟਿੰਗ। ਹੁਣ ਇੰਟਰਪ੍ਰੇਟਿੰਗ ਦਾ ਮਤਲਬ ਕੀ ਹੁੰਦਾ? ਪੂਰੀ ਜਾਂਚ ਪੜਤਾਲ ਕਰਨਾ, ਜੋ ਵੀ ਸਾਡੇ ਕੋਲ ਇਨਫੋਰਮੇਸ਼ਨ ਆ ਉਹਨੂੰ ਇਨ ਡੈਪਥ ਸਟੱਡੀ ਕਰਨਾ, ਇਨ ਡਿਟੇਲ ਸਟੱਡੀ ਕਰਨਾ। ਜਿੱਦਾਂ ਹੁਣ ਆਪਣੇ ਕੋਲੇ ਕੋਈ ਵੀ ਇਨਫੋਰਮੇਸ਼ਨ ਆ ਜਿਹੜੀ ਆ ਜਾਂਦੀ ਆ ਤਾਂ ਉਹਦੇ ਤੋਂ ਆਪਾਂ ਫਰਦਰ ਜਿਹੜੇ ਰਿਜ਼ਲਟਸ ਕੱਢਣੇ ਆ ਕਿ ਹਾਂ, ਕਿ ਜੇ ਬਿਜ਼ਨਸ ਦੇ ਵਿੱਚ ਇੰਨੀਆਂ ਸੇਲਸ ਹੋਈਆਂ ਤਾਂ ਬਿਜ਼ਨਸ 'ਚ ਦੂਜੇ ਬਿਜ਼ਨਸ ਨਾਲੋਂ ਕੀ ਵੱਖਰਾ ਹੈ, ਜੇ ਬਿਜ਼ਨਸ 'ਚ ਪ੍ਰੋਫਿਟ ਘੱਟ ਹੋਇਆ ਤਾਂ ਕਿਉਂ ਹੋਇਆ। ਜਿਹੜੀਆਂ ਵੀ ਇੰਟਰਸਟਡ ਪਾਰਟੀਜ਼ ਆ ਉਹਨਾਂ ਦੇ ਨਾਲ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੁੰਦੀ ਆ ਉਹ ਆਪਦੀ ਡਿਫਰੈਂਟ ਟੈਕਨੀਕਸ ਨਾਲ ਇੰਟਰਪ੍ਰੇਟ ਕਰਦੇ ਆ। ਹੁਣ ਇੰਟਰਸਟਡ ਪਾਰਟੀਜ਼ ਬਿਜ਼ਨਸ 'ਚ ਕੌਣ ਹੈ? ਦੇਖੋ, ਕਸਟਮਰ ਨੇ ਉੱਥੋਂ ਸਮਾਨ ਖਰੀਦਣਾ, ਕਸਟਮਰ ਨੂੰ ਕਾਹਦੇ ਵਿੱਚ ਇੰਟਰਸਟ ਹੋਊਗਾ? ਚੀਜ਼ਾਂ ਦੇ ਪ੍ਰਾਈਸ ਦੇ ਵਿੱਚ। ਤਾਂ ਉਹ ਕਿਹੜੀ ਇਨਫੋਰਮੇਸ਼ਨ ਨੂੰ ਇੰਟਰਪ੍ਰੇਟ ਕਰੂਗਾ? ਪ੍ਰਾਈਸ ਰਿਲੇਟਡ ਨੂੰ, ਕਿ ਕਿਹੜੀ ਦੁਕਾਨ ਕਿੰਨੇ ਪ੍ਰਾਈਸ ਤੇ ਚੀਜ਼ ਦੇ ਰਹੀ ਹੈ, ਕਿਹੜੀ ਦੁਕਾਨ ਕਿੰਨੇ ਪ੍ਰਾਈਸ ਤੇ। ਅਗਰ ਆਪਾਂ ਕਹੀਏ ਬੈਂਕ ਵਾਲੀ ਇੰਟਰਸਟਡ ਪਾਰਟੀ ਹੈ ਤਾਂ ਬੈਂਕ ਨੇ ਬਿਜ਼ਨਸ ਨੂੰ ਲੋਨ ਦੇਣੇ ਆ, ਤਾਂ ਬੈਂਕ ਕਾਹਦੇ 'ਚ ਇੰਟਰਸਟਡ ਹੋਊਗਾ? ਬੈਂਕ ਇਹ ਦੇਖਣ 'ਚ ਇੰਟਰਸਟਡ ਹੋਊਗਾ ਕਿ ਕੀ ਇਹਨਾਂ ਕੋਲ ਇੰਨੀ ਕੁ ਕੈਸ਼ ਪੋਜੀਸ਼ਨ ਹੈ, ਕਿ ਇਹਨਾਂ ਦੀਆਂ ਇੰਨੀਆਂ ਕੈਸ਼ ਸੇਲਸ ਹੈ ਕਿ ਮੈਨੂੰ ਮੇਰਾ ਲੋਨ ਵਾਪਸ ਜਲਦੀ ਕਰ ਦੇਣਗੇ। ਤਾਂ ਜੋ ਵੀ ਇੰਟਰਸਟਡ ਪਾਰਟੀ ਹੈ ਉਹ ਆਪਦੇ ਅਕੋਰਡਿੰਗਲੀ ਅਲੱਗ-ਅਲੱਗ ਮੈਥਡ ਦੇ ਨਾਲ ਬਿਜ਼ਨਸ ਦੀ ਇਨਫੋਰਮੇਸ਼ਨ ਨੂੰ ਇੰਟਰਪ੍ਰੇਟ ਕਰੇਗੀ। ਇੱਦਾਂ ਹੀ ਆਪਾਂ ਗਵਰਨਮੈਂਟ ਕਹੀਏ, ਗਵਰਨਮੈਂਟ ਨੇ ਬਿਜ਼ਨਸ ਤੋਂ ਟੈਕਸ ਲੈਣੇ ਆ ਤਾਂ ਇਹ ਬਿਜ਼ਨਸ ਦੇ ਪ੍ਰੋਫਿਟ ਚੈੱਕ ਕਰਨਗੇ ਕਿ ਬਿਜ਼ਨਸ ਨੂੰ ਕਿੰਨੇ ਪ੍ਰੋਫਿਟ ਹੈ ਜਿੱਥੋਂ ਮੈਂ ਟੈਕਸ ਲੈਣੇ ਆ। ਤਾਂ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਨੂੰ ਚੈੱਕ ਕਰਨ ਲਈ, ਬਿਜ਼ਨਸ ਦੀ ਸੋਲਵੈਂਸੀ ਨੂੰ ਚੈੱਕ ਕਰਨ ਦੇ ਲਈ ਜੋ ਵੀ ਇੰਟਰਸਟਡ ਪਾਰਟੀ ਉਹ ਆਪਦੇ ਅਕੋਰਡਿੰਗਲੀ ਸਾਰੀ ਇਨਫੋਰਮੇਸ਼ਨ ਨੂੰ ਇੰਟਰਪ੍ਰੇਟ ਕਰਨਗੇ। ਦੈਨ ਲਾਸਟ ਸਟੈਪ ਆਫ ਅਕਾਊਂਟਿੰਗ ਕੀ ਹੈ? ਕਮਿਊਨੀਕੇਟਿੰਗ। ਹੁਣ ਅਕਾਊਂਟ ਦਾ ਇਹ ਨਹੀਂ ਕਿ ਹਾਂ ਇਹਨੇ ਰਿਕਾਰਡਿੰਗ ਕਰ ਲਈ, ਕਲਾਸੀਫਾਈ ਕਰ ਲਈ, ਅਕਾਊਂਟ ਬਣਾ ਲਏ ਤੇ ਬਣਾ ਕੇ ਆਪਦੇ ਕੋਲ ਰੱਖ ਲਏ, ਇਹ ਚੀਜ਼ ਨਹੀਂ। ਅਕਾਊਂਟਿੰਗ ਨੇ ਉਸ ਤੋਂ ਬਾਅਦ ਇਹ ਇਨਫੋਰਮੇਸ਼ਨ ਸਾਰਿਆਂ ਨੂੰ ਕਮਿਊਨੀਕੇਟ ਵੀ ਕਰਨੀ ਆ। ਕਮਿਊਨੀਕੇਟ ਮੀਨਸ ਅੱਗੇ ਸਾਰਿਆਂ ਨੂੰ ਦੱਸਣੀ ਵੀ ਆ, ਉਹਦਾ ਸੰਚਾਰ ਵੀ ਕਰਨਾ ਅੱਗੇ ਸਾਰਿਆਂ ਨੂੰ ਕਿ ਸਾਡੇ ਬਿਜ਼ਨਸ ਦੇ ਇਹ ਰਿਜ਼ਲਟ ਹੈ, ਸਾਡੇ ਬਿਜ਼ਨਸ ਦੇ ਵਿੱਚ ਇੰਨੇ ਪ੍ਰੋਫਿਟਸ ਹੈ, ਸਾਡੇ ਬਿਜ਼ਨਸ ਦੇ ਵਿੱਚ ਇੰਨੀਆਂ ਸੇਲਸ ਹੈ, ਸਾਡੇ ਬਿਜ਼ਨਸ ਦੀ ਇਹ ਫਾਈਨੈਂਸ਼ੀਅਲ ਪੋਜੀਸ਼ਨ ਹੈ। ਕਿਉਂਕਿ ਜੇ ਅਸੀਂ ਇਨਫੋਰਮੇਸ਼ਨ ਲੋਕਾਂ ਨੂੰ ਦੱਸਾਂਗੇ ਫਿਰ ਸਾਡੇ ਨਾਲ ਕਸਟਮਰ ਨੇ ਜਾਂ ਸਪਲਾਇਰ ਨੇ ਜਾਂ ਬੈਂਕ ਨੇ ਅਟਰੈਕਟ ਹੋਣਾ।
ਤਾਂ ਅਸੀਂ ਆਪਦੇ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਲੋਕਾਂ ਨੂੰ ਦੱਸਣ ਲਈ ਪ੍ਰੋਫਿਟ ਐਂਡ ਲਾਸ ਅਕਾਊਂਟ ਪ੍ਰਪੇਅਰ ਕਰਦੇ ਹਾਂ ਤੇ ਆਪਦੀ ਪੋਜੀਸ਼ਨ ਦੱਸਣ ਦੇ ਲਈ ਅਸੀਂ ਬੈਲੈਂਸ ਸ਼ੀਟ ਪ੍ਰਪੇਅਰ ਕਰਦੇ ਹਾਂ। ਇਹ ਪ੍ਰੈਪਰੇਸ਼ਨ ਕਰਕੇ ਪ੍ਰੋਪਰਲੀ ਜਿਹੜਾ ਹੈਗਾ ਉਹ ਪਬਲਿਸ਼ ਕਰਦੇ ਆ, ਆਨਲਾਈਨ ਵੈਬਸਾਈਟਸ ਤੇ ਵੀ ਪਬਲਿਸ਼ ਕਰਦੇ ਆ ਜਾਂ ਆਪਦੇ ਮੈਗਜ਼ੀਨ ਵਗੈਰਾ ਵੀ ਛਪਵਾਉਂਦੇ ਆ। ਜਿੱਦਾਂ ਆਪਾਂ ਸਕੂਲ ਵਾਲਿਆਂ ਦਾ ਦੇਖਦੇ ਆ ਕਿ ਸਕੂਲ ਵਾਲੇ ਕੀ ਕਰਦੇ ਆ, ਆਪਦੇ ਰਿਜ਼ਲਟ ਦੇ ਪੈਂਫਲੇਟ ਛਪਵਾ ਕੇ ਵੰਡਦੇ ਆ। ਕਾਹਦੇ ਲਈ? ਲੋਕਾਂ ਨੂੰ ਇਹ ਕਮਿਊਨੀਕੇਟ ਕਰਨ ਲਈ ਕਿ ਸਾਡੇ ਸਕੂਲ 'ਚ ਕੀ ਵਧੀਆ, ਸਾਡੇ ਸਕੂਲ 'ਚ ਬੱਚਿਆਂ ਦੇ ਕੀ ਰਿਜ਼ਲਟ ਹੈ। ਸਿਮਿਲਰਲੀ ਬਿਜ਼ਨਸ ਵਾਲੇ ਵੀ ਆਪਦੇ ਅਕਾਊਂਟਸ ਬਣਾ ਕੇ ਉਹਨਾਂ ਨੂੰ ਅੱਗੇ ਕਮਿਊਨੀਕੇਟ ਕਰਦੇ ਆ ਤਾਂ ਕਿ ਉਹ ਲੋਕਾਂ ਨੂੰ ਦੱਸ ਸਕਣ ਕਿ ਸਾਡੇ ਬਿਜ਼ਨਸ 'ਚ ਕਿੰਨੇ ਪ੍ਰੋਫਿਟ ਲਾਸ ਹੈ, ਸਾਡੇ ਬਿਜ਼ਨਸ ਦੀ ਕੀ ਫਾਈਨੈਂਸ਼ੀਅਲ ਪੋਜੀਸ਼ਨ ਹੈ। ਤਾਂ ਇਹ ਸਾਰਾ ਜਿਹੜਾ ਹੈ ਰਿਕਾਰਡਿੰਗ ਕਰਨਾ, ਕਲਾਸੀਫਿਕੇਸ਼ਨ ਕਰਨਾ, ਸਮਰਾਈਜ਼ਿੰਗ ਕਰਨਾ, ਇੰਟਰਪ੍ਰੀਟ ਕਰਨਾ, ਕਮਿਊਨੀਕੇਟ ਕਰਨਾ, ਇਹ ਸਾਰੀ ਅਕਾਊਂਟਿੰਗ ਦੀ ਪ੍ਰੋਸੈਸ ਹੀ ਹੈ। ਇਸ ਲਈ ਅਗਰ ਤੁਹਾਨੂੰ ਕੋਈ ਪੁੱਛਦਾ ਵਾਟ ਡੂ ਯੂ ਮੀਨ ਬਾਈ ਅਕਾਊਂਟਿੰਗ, then ਤੁਸੀਂ ਕੀ ਕਹੋਗੇ? ਅਕਾਊਂਟਿੰਗ ਇਜ਼ ਅ ਪ੍ਰੋਸੈਸ ਆਫ ਆਈਡੈਂਟੀਫਾਈਂਗ, ਮੈਜ਼ਰਿੰਗ, ਰਿਕਾਰਡਿੰਗ, ਕਲਾਸੀਫਾਈਂਗ, ਸਮਰਾਈਜ਼ਿੰਗ, ਇੰਟਰਪ੍ਰੀਟਿੰਗ ਐਂਡ communicating the results of business to the interested parties so that they can take their decision। ਕਿ ਅਕਾਊਂਟਿੰਗ ਇੱਕ ਉਹ ਪ੍ਰੋਸੈਸ ਆ ਜਿਹਦੇ 'ਚ ਅਸੀਂ ਸਾਰੀ ਇਨਫੋਰਮੇਸ਼ਨ ਨੂੰ ਆਇਡੈਂਟੀਫਾਈ ਕਰਕੇ, ਮੈਜ਼ਰ ਕਰਕੇ, ਰਿਕਾਰਡ ਕਰਦੇ ਹਾਂ, ਉਹਦੀਆਂ ਸਮਰੀਜ਼ ਬਣਾਉਂਦੇ ਹਾਂ ਤੇ ਬਾਅਦ ਵਿੱਚ ਸਾਰੇ ਲੋਕਾਂ ਨੂੰ ਦੱਸਦੇ ਹਾਂ ਤਾਂ ਕਿ ਉਹ ਲੋਕ ਆਪਦੇ ਡਿਸੀਜ਼ਨ ਆ ਜਿਹੜੇ ਇਸ ਇਨਫੋਰਮੇਸ਼ਨ ਦੀ ਹੈਲਪ ਦੇ ਨਾਲ ਲੈ ਸਕਣ। ਆਈ ਹੋਪ ਯੂ ਅੰਡਰਸਟੈਂਡ ਵੈਲ। ਥੈਂਕ ਯੂ ਸਟੂਡੈਂਟਸ।